मैं प्रोफैसर गुरप्रीत सिंह जीजीएन खालसा कॉलेज सिविल लाइनस लुधियाना पोस्ट ग्रैजुएट पंजाबी विभाग ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਹਾਂ। ਅੱਜ ਜਦੋਂ ਸਾਰਾ ਵਿਸ਼ਵ ਕਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ ਅਤੇ ਪਰੰਪਰਾਗਤ ਕਲਾਸਾਂ ਤੋਂ ਆਨਲਾਈਨ ਪੜ੍ਹਾਈ ਵੱਲ ਸ਼ਿਫਟ ਹੋਏ ਹਾਂ, ਮੈਂ ਤੁਹਾਡੇ ਨਾਲ ਪੰਜਾਬੀ ਨਾਟਕ ਦੀਆਂ ਮੁੱਖ ਪ੍ਰਵਿਰਤੀਆਂ ਵਿਸ਼ੇ ਤੇ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ। ਪੰਜਾਬੀ ਨਾਟਕ ਦਾ ਮੁੱਢ ਅਤੇ ਵਿਕਾਸ ਤੇ ਵਿਚਾਰ ਕਰਦਿਆਂ ਉਹਨਾਂ ਝੁਕਾਵਾਂ ਦਾ ਵੀ ਜ਼ਿਕਰ ਕਰਾਂਗਾ ਜੋ ਸਮੇਂ-ਸਮੇਂ ਸਿਰ ਪੰਜਾਬੀ ਨਾਟਕ ਵਿੱਚ ਆਉਂਦੇ ਰਹੇ ਹਨ। ਪੰਜਾਬੀ ਨਾਟਕ ਦੀ ਉਮਰ ਬਹੁਤੀ ਨਹੀਂ, ਇਹ ਕੇਵਲ 20ਵੀਂ ਸਦੀ ਦੀ ਉਪਜ ਹੈ ਅਤੇ ਵਿਸ਼ੇਸ਼ ਤੌਰ ਤੇ ਪੱਛਮੀ ਸਾਹਿਤ ਦੇ ਪ੍ਰਭਾਵ ਹੇਠ ਹੋਂਦ ਵਿੱਚ ਆਇਆ ਹੈ। ਪੰਜਾਬੀ ਨਾਟਕ ਵਿੱਚ ਜੋ ਪ੍ਰਵਿਰਤੀਆਂ ਆਈਆਂ ਹਨ ਉਹਨਾਂ ਦਾ ਸੰਖੇਪ ਰੂਪ ਵਿੱਚ ਮੈਂ ਇੱਥੇ ਜ਼ਿਕਰ ਕਰਾਂਗਾ। ਵਾਸਤਵ ਵਿੱਚ ਪੰਜਾਬੀ ਨਾਟਕ ਆਰੰਭ ਤੋਂ ਹੁਣ ਤੱਕ ਯਥਾਰਥਵਾਦੀ ਪ੍ਰਵਿਰਤੀ ਦਾ ਹੀ ਧਾਰਨੀ ਰਿਹਾ ਹੈ। ਪੰਜਾਬੀ ਨਾਟਕ ਦਾ ਆਰੰਭ ਹੀ ਉਦੋਂ ਹੁੰਦਾ ਹੈ ਜਦੋਂ ਪੱਛਮ ਵਿੱਚ ਆਧੁਨਿਕ ਯੂਰਪੀ ਨਾਟਕ ਯਥਾਰਥਵਾਦੀ ਪ੍ਰਵਿਰਤੀ ਦੇ ਅਧੀਨ ਪ੍ਰਫੁੱਲਤ ਹੋ ਚੁੱਕਿਆ ਸੀ। ਪੂਰਵ ਨੰਦਾ ਕਾਲ ਵਿੱਚ ਪੰਜਾਬੀ ਨਾਟਕ ਦੋ ਪ੍ਰਭਾਵਾਂ ਅਧੀਨ ਲਿਖਿਆ ਜਾਂਦਾ ਰਿਹਾ ਹੈ। ਪਹਿਲੀ ਪ੍ਰਵਿਰਤੀ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਨਾਟਕਾਂ ਦੇ ਉਲਥੇ ਕਰਨ ਦੀ ਹੈ ਅਤੇ ਦੂਜੀ ਸਮਾਜ ਅਤੇ ਧਰਮ ਦੇ ਸੁਧਾਰ ਲਈ ਉਪਦੇਸ਼ਾਤਮਕ ਨਾਟਕ ਲਿਖਣ ਦੀ। ਡਾਕਟਰ ਚਰਨ ਸਿੰਘ, ਬਾਵਾ ਬੁੱਧ ਸਿੰਘ, ਚਾਤਰਿਕ, ਨਾਰਾਇਣ ਸਿੰਘ, ਅਮਰ ਸਿੰਘ ਅਤੇ ਬਲਵੰਤ ਸਿੰਘ ਨੇ ਜੋ ਸੰਸਕ੍ਰਿਤ ਅਤੇ ਅੰਗਰੇਜ਼ੀ ਨਾਟਕਾਂ, ਵਿਸ਼ੇਸ਼ ਤੌਰ ਤੇ ਸ਼ੇਕਸਪੀਅਰ ਦੇ ਨਾਟਕਾਂ ਦੇ ਜੋ ਅਨੁਵਾਦ ਕੀਤੇ ਹਨ, ਉਹਨਾਂ ਦਾ ਉਲੇਖ ਕਰਨਾ ਵੀ ਜ਼ਰੂਰੀ ਹੈ। ਉਪਦੇਸ਼ਾਤਮਕ ਅਤੇ ਆਦਰਸ਼ਵਾਦੀ ਨਾਟਕ ਲਿਖਣਾ ਉਸ ਸਮੇਂ ਦੀ ਲੋੜ ਸੀ। ਭਾਈ ਵੀਰ ਸਿੰਘ ਅਤੇ ਬਾਕੀ ਸਾਹਿਤਕਾਰਾਂ ਉੱਪਰ ਸਿੰਘ ਸਭਾ ਲਹਿਰ ਦਾ ਪ੍ਰਭਾਵ ਸੀ। ਨਾਨਕ ਸਿੰਘ ਨਾਵਲਿਸਟ ਦੇ ਸਮੇਂ ਤੱਕ ਪੰਜਾਬੀ ਦਾ ਸਾਰਾ ਸਾਹਿਤ ਹੀ ਧਰਮ ਅਤੇ ਸਮਾਜ ਸੁਧਾਰ ਦੇ ਘੇਰੇ ਤੱਕ ਸੀਮਤ ਰਿਹਾ ਹੈ। ਪ੍ਰੋਫੈਸਰ ਨੰਦਾ ਨੂੰ ਛੱਡ ਕੇ ਉਸ ਸਮੇਂ ਦੇ ਲੇਖਕਾਂ ਵਿੱਚ ਨਾਟਕੀ ਅਨੁਭਵ ਦੀ ਘਾਟ ਸੀ। ਇਸ ਲਈ ਨਾਟਕ ਰਚਨਾ ਅਤੇ ਬਾਕੀ ਸਾਹਿਤ ਰਚਨਾ ਦੇ ਮੰਤਵ ਵਿੱਚ ਬਹੁਤਾ ਅੰਤਰ ਨਹੀਂ ਸਮਝਿਆ ਜਾਂਦਾ ਸੀ। ਧਾਰਮਿਕ, ਉਪਦੇਸ਼ਾਤਮਕ ਅਤੇ ਸਮਾਜ ਸੁਧਾਰਕ ਵਿਸ਼ਿਆਂ ਤੇ ਨਾਟਕ ਲਿਖਣ ਵਾਲਿਆਂ ਵਿੱਚ ਭਾਈ ਵੀਰ ਸਿੰਘ, ਬਲਵੰਤ ਸਿੰਘ, ਸੁਜਾਨ ਸਿੰਘ, ਬੁੱਧ ਸਿੰਘ, ਬ੍ਰਿਜਲਾਲ ਸ਼ਾਸਤਰੀ ਅਤੇ ਬੈਰਿਸਟਰ ਮਨਮੋਹਨ ਸਿੰਘ ਦੇ ਨਾਮ ਪ੍ਰਸਿੱਧ ਹਨ। ਯਥਾਰਥਵਾਦੀ ਨਾਟ ਪ੍ਰਵਿਰਤੀ ਦਾ ਆਰੰਭ ਪ੍ਰੋਫੈਸਰ ਨੰਦਾ ਦੀਆਂ ਰਚਨਾਵਾਂ ਨਾਲ ਹੁੰਦਾ ਹੈ। ਪ੍ਰੋਫੈਸਰ ਨੰਦਾ ਨੇ ਆਪਣੇ ਸਮਕਾਲੀ ਜੀਵਨ ਨੂੰ ਇਸ ਦੇ ਯਥਾਰਥਕ ਰੂਪ ਵਿੱਚ ਪੇਸ਼ ਕੀਤਾ ਹੈ। ਭਾਵੇਂ ਨੰਦਾ ਵੀ ਸਮਾਜ ਸੁਧਾਰ ਅਤੇ ਦਿਹਾਤ ਸੁਧਾਰ ਲਹਿਰ ਤੋਂ ਕਾਫੀ ਪ੍ਰਭਾਵਿਤ ਹੋਇਆ ਹੈ, ਪਰ ਉਸ ਦੇ ਨਾਟਕ ਪਹਿਲੀ ਵਾਰੀ ਜੀਵਨਮਈ ਸਥਿਤੀਆਂ ਨੂੰ ਪੇਸ਼ ਕਰਨ ਵਿੱਚ ਸਫਲ ਹੋਏ ਹਨ। ਪੰਜਾਬੀ ਰੰਗਮੰਚ ਦਾ ਆਰੰਭ ਵੀ ਪ੍ਰੋਫੈਸਰ ਨੰਦਾ ਦੀਆਂ ਰਚਨਾਵਾਂ ਦੇ ਨਾਲ ਹੀ ਹੁੰਦਾ ਹੈ। 1970 ਤੋਂ ਬਾਅਦ ਦੇ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਸਿਧਾਂਤ, ਇਤਿਹਾਸ ਤੇ ਪ੍ਰਵਿਰਤੀਆਂ 20ਵੀਂ ਸਦੀ ਦੇ ਅਖੀਰਲੇ ਦੋ ਦਹਾਕਿਆਂ 1970 ਤੋਂ 2000 ਵਿੱਚ ਪੰਜਾਬੀ ਨਾਟਕ ਦੇ ਕਈ ਨਵੇਂ ਸਰੂਪ ਉਗੜੇ ਹਨ, ਜਿਨ੍ਹਾਂ ਵਿੱਚ ਨੁੱਕੜ ਨਾਟਕ ਦਾ ਵਿਸ਼ੇਸ਼ ਮਹੱਤਵ ਹੈ। ਵਿਸ਼ਵ ਪੱਧਰ ਤੇ ਪਹਿਲਾਂ ਨੁੱਕੜ ਨਾਟਕ ਤੇ ਹੁਣ ਕਮਿਊਨਿਟੀ ਥੀਏਟਰ ਦੇ ਨਾਂ ਤੇ ਚੱਲਣ ਵਾਲਾ ਇਹ ਨਾਟਕ ਪੰਜਾਬੀ ਵਿੱਚ ਵਧੇਰੇ ਮਕਬੂਲ ਹੋਇਆ ਹੈ। ਗੁਰਸ਼ਰਨ ਸਿੰਘ ਦਾ ਇਹ ਨੁੱਕੜ ਨਾਟਕ ਲਹਿਰ ਵਿੱਚ ਵਿਸ਼ੇਸ਼ ਯੋਗਦਾਨ ਹੈ। ਪਿਛਲੇ 2-2.5 ਦਹਾਕਿਆਂ ਵਿੱਚ ਗੁਰਸ਼ਰਨ ਸਿੰਘ ਵਰਗੇ ਮਿਸ਼ਨਰੀ ਰੰਗਕਰਮੀ ਦੇ ਯਤਨਾਂ ਨਾਲ ਰੰਗਮੰਚੀ ਲਹਿਰ ਉਭਰੀ ਹੈ ਤਾਂ ਨਾਟਕ ਦੇ ਨਵੇਂ ਵਿਧਾਗਤ ਪਰਿਪੇਖ ਵੀ ਉਜਾਗਰ ਹੋਏ ਹਨ। ਇਸੇ ਤਰ੍ਹਾਂ ਕੇਵਲ ਧਾਲੀਵਾਲ ਤੇ ਨੀਲਮ ਮਾਨ ਸਿੰਘ ਆਦਿ ਰੰਗਕਰਮੀਆਂ ਦੀ ਤਕਨੀਕੀ ਨਿਪੁੰਨਤਾ ਸੰਪੰਨ ਥੀਏਟਰ ਦੇ ਸਿੱਟੇ ਵਜੋਂ ਪੰਜਾਬੀ ਵਿੱਚ ਨਾਟਕੀ ਵਿਧਾ ਦੀਆਂ ਨਵੀਆਂ ਸੰਭਾਵਨਾਵਾਂ ਜਗਾਉਣ ਵਾਲੇ ਦਵਿੰਦਰ ਕੁਮਾਰ, ਸਵਰਾਜ ਵੀਰ, ਮਨਜੀਤ ਪਾਲ, ਪਾਲੀ ਭੁਪਿੰਦਰ, ਸਤੀਸ਼ ਕੁਮਾਰ ਵਰਮਾ ਆਦਿ ਨਾਟਕਕਾਰਾਂ ਦੀਆਂ ਨਵੀਆਂ ਕਿਰਤੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਪੰਜਾਬੀ ਨਾਟਕਕਾਰੀ ਦੀਆਂ ਨਵੀਆਂ ਦਿਸ਼ਾਵਾਂ ਉਜਾਗਰ ਕੀਤੀਆਂ ਹਨ। ਇਹਨਾਂ ਨਾਟਕਕਾਰਾਂ ਦੇ ਕਰਮਵਾਰ ਦਲਦਲੇ, ਧਰਮ ਗੁਰੂ, ਸੁੰਦਰਾ, ਕੀ ਤੁਹਾਨੂੰ ਕੋਈ ਚੀਕ ਸੁਣਾਈ ਦਿੰਦੀ ਹੈ, ਦਾਇਰੇ ਆਦਿ ਨਾਟਕ ਪੰਜਾਬੀ ਨਾਟਕ ਦੇ ਵਿਧਾਗਤ ਪਸਾਰ ਦੇ ਲਖਾਇਕ ਹਨ, ਜਿਨ੍ਹਾਂ ਵਿੱਚ ਰੰਗਮੰਚੀ ਚੇਤਨਾ ਦੀਆਂ ਪ੍ਰਤੀਧੁਨੀਆਂ ਸੁਣਾਈ ਦਿੰਦੀਆਂ ਹਨ। 20ਵੀਂ ਸਦੀ ਦੇ ਪੰਜਾਬੀ ਨਾਟਕ ਦੇ ਪ੍ਰਸੰਗ ਵਿੱਚ ਹੁਣ ਪ੍ਰਯੋਗ ਨੂੰ ਵਿਚਾਰਨਾ ਵੀ ਜ਼ਰੂਰੀ ਹੈ। ਪੰਜਾਬੀ ਸਾਹਿਤ ਦੀ 20ਵੀਂ ਸਦੀ ਦੇ 7ਵੇਂ ਦਹਾਕੇ ਦੌਰਾਨ ਚੱਲੀ ਪ੍ਰਯੋਗਸ਼ਾਲਾ ਲਹਿਰ ਸਮੇਂ
ਭਾਵੇਂ ਪੰਜਾਬੀ ਨਾਟਕ ਵਿਚਲੇ ਨਵੇਂ ਪ੍ਰਯੋਗ ਨੂੰ ਵੀ ਅਣਗੌਲਿਆਂ ਕਰ ਦਿੱਤਾ ਗਿਆ, ਲੇਕਿਨ ਹੁਣ ਪੰਜਾਬੀ ਨਾਟ ਸਮੀਖਿਆ ਅਤੇ ਖੋਜ ਦੇ ਉਭਾਰ ਨਾਲ ਉਹਨਾਂ ਨਾਟਕਾਂ ਦੀ ਪੁਨਰ ਵਿਆਖਿਆ ਜ਼ਰੂਰੀ ਬਣ ਗਈ ਹੈ। ਇਸ ਪ੍ਰਸੰਗ ਵਿੱਚ ਸੁਰਜੀਤ ਸਿੰਘ ਸੇਠੀ ਦੇ ਨਾਟਕ ਕਿੰਗ ਮਿਰਜ਼ਾ ਤੇ ਸਪੇਰਾ ਨੂੰ ਐਬਸਰਡ ਨਾਟਕ ਦੀ ਨਕਲ ਕਹਿ ਕੇ ਭੰਡਿਆ ਜਾਂਦਾ ਰਿਹਾ ਹੈ, ਲੇਕਿਨ ਇਸ ਨਾਟਕ ਦਾ ਨਿਕਟ ਅਧਿਐਨ ਇਹ ਦ੍ਰਿੜ ਕਰਵਾਉਂਦਾ ਹੈ ਕਿ ਕੇਵਲ ਐਬਸਰਡ ਹੀ ਦੀ ਵਿਧੀ ਨੂੰ ਵਰਤਣ ਵਾਲਾ ਇਹ ਨਾਟਕ ਭਾਰਤੀ ਪਰੰਪਰਾ ਦੇ ਨਿਰਾਸ਼ਾ ਤੋਂ ਆਸ਼ਾ ਦੇ ਦ੍ਰਿਸ਼ਟੀਕੋਣ ਨੂੰ ਅਪਣਾਉਂਦਾ ਹੈ ਤੇ ਸੰਸਕ੍ਰਿਤ ਦੇ ਮਹਾਵਾਕ ਤਮਸੋ ਮਾਂ ਜਯੋਤੀ ਰੰਗਮਇਆ ਦਾ ਸੰਦੇਸ਼ ਦਿੰਦਾ ਹੈ। ਇਸੇ ਪ੍ਰਕਾਰ ਆਤਮਜੀਤ ਦੇ ਤੇ ਅਜਮੇਰ ਸਿੰਘ ਔਲਖ ਨੇ ਵੀ ਆਪਣੇ ਮੁੱਢਲੇ ਨਾਟਕਾਂ ਵਿੱਚ ਐਬਸਰਡ ਦੀ ਕੇਵਲ ਵਿਧੀ ਨੂੰ ਹੀ ਵਰਤਿਆ ਹੈ, ਸੰਦੇਸ਼ ਦੀ ਦ੍ਰਿਸ਼ਟੀ ਤੇ ਪ੍ਰਗਤੀਸ਼ੀਲ ਮੁਹਾਵਰਾ ਅਪਣਾਇਆ ਹੈ। ਭਾਵੇਂ ਆਤਮਜੀਤ ਦਾ ਨਾਟਕ ਹਵਾ ਮਹਿਲ ਹੋਵੇ ਜਾਂ ਅਜਮੇਰ ਸਿੰਘ ਔਲਖ ਦਾ ਅਰਬੰਦ ਨਰਬੰਦ ਧੁੰਦੂਕਾਰਾ। ਇਸੇ ਪ੍ਰਕਾਰ ਪੰਜਾਬੀ ਨਾਟਕ ਵਿੱਚ ਨਾਟਕੀ ਪ੍ਰਯੋਗ ਨਵੇਂ ਪਸਾਰ ਗ੍ਰਹਿਣ ਕਰਦੇ ਹਨ। ਕਰਤਾਰ ਸਿੰਘ ਦੁੱਗਲ ਦਾ ਪ੍ਰਸਿੱਧ ਨਾਟਕ ਉੱਪਰਲੀ ਮੰਜ਼ਲ ਇੱਕ ਪਾਤਰੀ ਨਾਟਕ ਹੈ, ਜਿਸ ਵਿੱਚ ਇੱਕ ਮਾਨਸਿਕ ਤੌਰ ਤੇ ਪੀੜਤ ਵਿਅਕਤੀ ਦਾ ਚਿੱਤਰਨ ਹੋਇਆ ਹੈ। ਇਸ ਵਿਧੀ ਦਾ ਵਿਸਤਾਰ ਅਮਰਜੀਤ ਗਰੇਵਾਲ ਦਾ ਨਾਟਕ ਵਾਪਸੀ ਹੈ, ਜਿਸ ਵਿੱਚ ਇਸੇ ਵਿਧੀ ਰਾਹੀਂ ਜੰਗ ਦੀ ਭਿਆਨਕਤਾ ਅਤੇ ਇਸ ਦੇ ਪਿਛੋਕੜ ਵਿਚਲੇ ਰਾਜਸੀ ਸਰੋਕਾਰ ਦ੍ਰਿਸ਼ਟੀਗੋਚਰ ਹੁੰਦੇ ਹਨ। ਇਹ ਵੀ ਨਿਰਵਿਵਾਦ ਤੱਥ ਹੈ ਕਿ ਪੰਜਾਬੀ ਨਾਟਕ ਮੁੱਢ ਤੋਂ ਹੀ ਪੱਛਮੀ ਨਾਟਕ ਦੇ ਪ੍ਰਭਾਵ ਅਧੀਨ ਆਪਣਾ ਸਰੂਪ ਗ੍ਰਹਿਣ ਕਰਦਾ ਰਿਹਾ ਹੈ। ਨੁੱਕੜ ਨਾਟਕ ਵਰਗੀ ਸ਼ੈਲੀ ਵੀ ਭਾਵੇਂ ਪੱਛਮੀ ਪ੍ਰਭਾਵ ਰਾਹੀਂ ਆਈ, ਲੇਕਿਨ ਇਸ ਸਮੇਂ ਲੋਕ ਨਾਟ ਸ਼ੈਲੀਆਂ ਦਾ ਵੀ ਸਮਾਂਤਰ ਰੂਪ ਵਿੱਚ ਪ੍ਰਭਾਵ ਪਿਆ। ਭਾਵੇਂ ਇਸ ਤੋਂ ਪਹਿਲਾਂ ਬ੍ਰੈਖਤ ਦੇ ਐਪਿਕ ਥੀਏਟਰ ਦੇ ਪ੍ਰਭਾਵ ਨਾਲ ਇਹ ਪ੍ਰਚਲਨ ਆਰੰਭ ਹੋਇਆ ਸੀ। ਹਰਚਰਨ ਸਿੰਘ ਦੇ ਸਾਹਿਤ ਅਕਾਦਮੀ ਇਨਾਮ ਜੇਤੂ ਕੱਲ, ਅੱਜ ਤੇ ਭਲਕ ਵਰਗੇ ਨਾਟਕ ਅਤੇ ਮੁੜ ਗੁਰਸ਼ਰਨ ਸਿੰਘ ਦੇ ਬਹੁਤੇ ਨਾਟਕਾਂ ਵਿੱਚ ਰਾਜਸੀ ਟਿੱਪਣੀ ਲਈ ਨਕਲ ਸ਼ੈਲੀ ਦਾ ਭਰਪੂਰ ਪ੍ਰਯੋਗ ਹੋਇਆ ਹੈ। ਇੱਥੋਂ ਤੱਕ ਕਿ ਕਈ ਤਾਂ ਪੂਰੇ ਨਾਟਕ ਹੀ ਇਸ ਸ਼ੈਲੀ ਵਿੱਚ ਲਿਖੇ ਗਏ ਹਨ, ਜਿਵੇਂ ਰਜਿੰਦਰ ਭੋਗਲ ਦਾ ਨਾਟਕ ਨਕਲਾ ਤੇ ਸਤੀਸ਼ ਕੁਮਾਰ ਵਰਮਾ ਦਾ ਟਕੋਰਾ ਆਦਿ। ਪੰਜਾਬੀ ਨਾਟਕ ਲਈ ਸਭ ਤੋਂ ਵੱਡੀ ਵੰਗਾਰ ਸੂਚਨਾ ਇਨਕਲਾਬ ਦੇ ਦੌਰ ਵਿੱਚ ਆਪਣੀ ਵਿਧਾਗਤ ਪਛਾਣ ਨੂੰ ਵੀ ਕਾਇਮ ਰੱਖਣਾ ਹੈ। 20ਵੀਂ ਸਦੀ ਦੇ ਅੰਤਲੇ ਦਹਾਕੇ ਵਿੱਚ ਉੱਠੀਆਂ ਸੂਚਨਾ ਇਨਕਲਾਬ ਦੀਆਂ ਚਿੰਨ੍ਹਾਂ ਨੇ 21ਵੀਂ ਸਦੀ ਵਿੱਚ ਭਾਂਬੜ ਬਣ ਕੇ ਮਚਣਾ ਹੈ ਤੇ ਪਰੰਪਰਕ ਰੂਪ ਵਿਧਾਨਾਂ ਦੇ ਪਿੱਠ ਭੂਮੀ ਵਿੱਚ ਚਲੇ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਨਾਟਕ ਵਰਗੇ ਪਰੰਪਰਕ ਸਾਹਿਤ ਕਲਾ ਰੂਪ ਲਈ ਵੱਡੀ ਚੁਣੌਤੀ ਹੈ ਕਿ ਉਹ ਆਪਣੀ ਹੋਂਦ ਕਿਵੇਂ ਬਰਕਰਾਰ ਰੱਖੇ। ਵਿਸ਼ੇਸ਼ ਕਰ ਪੰਜਾਬੀ ਨਾਟਕ ਲਈ ਇਹ ਚੁਣੌਤੀ ਇਸ ਲਈ ਵੀ ਵਧੇਰੇ ਹੈ ਕਿ ਪਹਿਲਾਂ ਤੋਂ ਹੀ ਵੇਖਣ ਨੂੰ ਭਰਪੂਰ ਅਤੇ ਅਸਲ ਵਿੱਚ ਆਧਾਰ ਵਿਹੂਣਾ ਹੈ। ਇਉਂ ਨਾਟ ਵਸਤੂ ਅਤੇ ਨਾਟ ਸੰਸਾਰ ਦੋਹਾਂ ਸਾਹਮਣੇ 21ਵੀਂ ਸਦੀ ਇੱਕ ਵੱਡੀ ਚੁਣੌਤੀ ਬਣ ਕੇ ਖੜੀ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਕਥ ਅਤੇ ਵਥ, ਐਕਸਪ੍ਰੈਸ਼ਨ ਐਂਡ ਕੰਟੈਂਟ ਦੀਆਂ ਚੁਣੌਤੀਆਂ ਸਾਹਮਣੇ ਨਾਟਕ ਆਪਣੀਆਂ ਸੰਭਾਵਨਾ ਉਜਾਗਰ ਕਰਨ ਦੇ ਸਮਰੱਥ ਹੋ ਸਕੇਗਾ। ਇਸੇ ਦੇ ਨਾਲ ਹੀ ਜਿਹੜਾ ਮੇਰਾ ਅੱਜ ਦਾ ਟੌਪਿਕ ਹੈ ਉਹ ਪੂਰਾ ਹੁੰਦਾ ਹੈ। ਅੱਗੇ ਵੀ ਮੈਂ ਤੁਹਾਡੇ ਨਾਲ ਕਿਸੇ ਹੋਰ ਟੌਪਿਕ ਤੇ ਆਪਣੇ ਵਿਚਾਰ ਸਾਂਝੇ ਕਰਦਾ ਰਹਾਂਗਾ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।